ਮੋਰਨਿੰਗ ਸਟੂਡੈਂਟਸ, ਅੱਜ ਅਸੀਂ ਜੋ ਸਾਡੇ ਦੇਖਣਯੋਗ ਸਾਧਨ ਹਨ ਉਹਨਾਂ ਵਿੱਚ ਅਸੀਂ ਗ੍ਰਾਫ 'ਤੇ ਗੱਲ ਕਰਦੇ ਹਾਂ। ਸਮਾਜਿਕ ਅਧਿਐਨ ਦੇ ਵਿਸ਼ੇ ਵਿੱਚ ਗ੍ਰਾਫ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਗ੍ਰਾਫ ਰਾਹੀਂ ਅਸੀਂ ਦੋ ਰੇਖਾਵਾਂ ਹੁੰਦੀਆਂ ਹਨ ਜਾਂ ਦੋ ਚਾਲਾਂ ਦਾ ਹੀ ਆਪਸੀ ਤੁਲਨਾ ਦਾ ਵਰਣਨ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਦੀ ਆਪਸੀ ਤੁਲਨਾ ਕੀਤੀ ਜਾਂਦੀ ਹੈ। ਉਸ ਰਾਹੀਂ ਵਿਦਿਆਰਥੀਆਂ ਨੂੰ ਗਿਆਨ ਦਿੱਤਾ ਜਾਂਦਾ ਹੈ। ਇਸ ਰਾਹੀਂ ਵਿਦਿਆਰਥੀ ਹੁੰਦੇ ਨੇ ਜਿਹੜੇ ਉਪ ਵਿਸ਼ਿਆਂ ਦੇ ਅੰਕੜੇ ਹੁੰਦੇ ਨੇ, ਜਿਹੜੇ ਉਪ ਵਿਸ਼ਿਆਂ ਤੋਂ ਸੰਬੰਧਿਤ ਹੁੰਦੇ ਨੇ, ਉਹਨਾਂ ਨੂੰ ਆਸਾਨੀ ਨਾਲ ਹੀ ਸਮਝ ਲੈਂਦੇ ਹਨ। ਗ੍ਰਾਫ ਰਾਹੀਂ ਅਸੀਂ ਦੋ ਰੇਖਾਵਾਂ ਵਿੱਚ ਸੰਬੰਧ ਦਰਸਾਇਆ ਜਾਂਦਾ ਹੈ। ਗ੍ਰਾਫ ਦੀ ਵਰਤੋਂ ਸਮੇਂ ਅਧਿਆਪਕ ਨੂੰ ਗ੍ਰਾਫ ਬਾਰੇ ਹਰ ਇੱਕ ਪ੍ਰਕਾਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਦੇ ਨਾਲ ਹੀ ਉਹ ਵਿਦਿਆਰਥੀਆਂ ਨੂੰ ਗਿਆਨ ਪ੍ਰੋਵਾਈਡ ਕਰਵਾਉਂਦਾ ਹੈ, ਗਿਆਨ ਦਿੰਦਾ ਹੈ। ਗ੍ਰਾਫ ਦੀਆਂ ਕਿਸਮਾਂ। ਗ੍ਰਾਫ ਦੀਆਂ ਕਾਫੀ ਕਿਸਮਾਂ ਹੁੰਦੀਆਂ ਹਨ, ਜਿਵੇਂ ਦੇਖੋ ਰੇਖਾ ਗ੍ਰਾਫ। ਰੇਖਾ ਗ੍ਰਾਫ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਅੰਕੜੇ ਦਰਸਾਉਣੇ ਹੋਣ, ਕਿਉਂਕਿ ਜਦੋਂ ਜ਼ਿਆਦਾ ਤੋਂ ਜ਼ਿਆਦਾ ਅੰਕੜਿਆਂ ਨੂੰ ਦਰਸਾਉਣਾ ਹੋਵੇ ਤਾਂ ਅਸੀਂ ਰੇਖਾ ਦੀ ਮਦਦ ਕਰਦੇ ਹਾਂ। ਰੇਖਾ ਦੀ ਮਦਦ ਦੇ ਨਾਲ ਕਿਸੇ ਵੀ ਚੀਜ਼ ਦਾ ਵਿਕਾਸ ਬਾਰੇ, ਜਿਵੇਂ ਉੱਪਰ ਉਠਾ ਕੇ ਅਸੀਂ ਉਸ ਦਾ ਵਿਕਾਸ ਬਾਰੇ ਵਰਣਨ ਕਰਦੇ ਹਾਂ, ਅਤੇ ਨੀਚੇ ਦਬਾ ਕੇ ਅਸੀਂ ਉਸ ਦੀ ਘਾਟ ਬਾਰੇ ਵਰਣਨ ਕੀਤਾ ਜਾਂਦਾ ਹੈ। ਜਿਵੇਂ ਦੇਖੋ ਜੀ, ਇਸ ਡਾਇਗਰਾਮ ਵਿੱਚ ਬਣਿਆ ਹੋਇਆ ਰੇਖਾ ਦੇ ਮਾਧਿਅਮ ਨਾਲ ਦਰਸਾਇਆ ਹੋਇਆ। ਇਹ ਰੇਖਾ ਦੇ ਮਾਧਿਅਮ ਨਾਲ ਪਹਿਲਾਂ ਦੇਖੋ ਜੀ 25 'ਤੇ ਆ, 30 ਦੇ ਵਿਚਕਾਰ ਆ ਜੀ, ਫਿਰ ਦੇਖੋ ਜੀ 60 ਦੇ ਵਿਚਕਾਰ ਆ, ਫਿਰ ਐਵੇਂ ਜਾ ਕੇ ਜਿਵੇਂ ਉਹਨਾਂ ਦਾ ਵਿਕਾਸ ਹੁੰਦਾ ਹੈ ਇਸ ਤਰ੍ਹਾਂ ਫਿਰ ਉਸ ਤੋਂ ਇੱਧਰ ਉਸ ਦੀ ਤੁਲਨਾ ਕੀਤੀ ਜਾਂਦੀ ਵੀ ਇੱਥੋਂ ਲੈ ਕੇ ਕਿੱਥੋਂ ਤੱਕ ਜਾ ਰਿਹਾ। ਇਹ ਰੇਖਾ ਦੇ ਮਾਧਿਅਮ ਨਾਲ ਵੱਧ ਤੋਂ ਵੱਧ ਅੰਕੜਿਆਂ ਨੂੰ ਦਰਸਾਇਆ ਗਿਆ ਅਤੇ ਉਸ ਦੀ ਤੁਲਨਾ ਕੀਤੀ ਗਈ ਹੈ। ਪੱਟੀ ਗ੍ਰਾਫ। ਇਸ ਪ੍ਰਕਾਰ ਦੇ ਗ੍ਰਾਫਾਂ ਵਿੱਚ ਅੰਕੜਿਆਂ ਨੂੰ ਪੱਟੀਆਂ ਰਾਹੀਂ ਦਰਸਾਇਆ ਜਾਂਦਾ ਹੈ। ਇਹ ਪੱਟੀਆਂ ਕਿਸੇ ਵੀ ਪੈਦਾਵਾਰ ਨੂੰ ਦਰਸਾਉਂਦੀਆਂ ਹਨ। ਜਿਵੇਂ ਦੇਖੋ ਜੀ, ਇਹ ਪੱਟੀਆਂ ਬਣਾਈਆਂ ਗਈਆਂ ਹੁੰਦੀਆਂ ਹਨ। ਇਹ ਕਿਸੇ ਵੀ ਦੇਸ਼ ਦੀ ਜਾਂ ਵਿਕਾਸ ਦੀ ਪੈਦਾਵਾਰ ਨੂੰ ਦਰਸਾਉਂਦੀਆਂ ਹਨ ਕਿ ਕਿਸ ਦੇਸ਼ ਦੀ ਆਰਥਿਕ ਸਥਿਤੀ ਕਿਹੋ ਜਿਹੀ ਹੈ। ਚੱਕਰ ਗ੍ਰਾਫ। ਚੱਕਰ ਰਾਹੀਂ ਅੰਕੜਿਆਂ ਦੇ ਉਪਭਾਗਾਂ ਵਿੱਚ ਆਸਾਨੀ ਨਾਲ ਦਰਸਾਇਆ ਜਾ ਸਕਦਾ ਹੈ ਕਿ ਘਰੇਲੂ ਬਜਟ ਤੋਂ ਲੈ ਕੇ, ਚਾਹੇ ਆਪਣਾ ਘਰੇਲੂ ਬਜਟ ਹੋਵੇ, ਚਾਹੇ ਦੇਸ਼ ਦਾ ਬਜਟ ਹੋਵੇ, ਚਾਹੇ ਸਟੇਟ ਦਾ ਬਜਟ ਹੋਵੇ, ਉਸ ਦੇ ਨਾਲ ਵੱਖ-ਵੱਖ ਖਰਚਿਆਂ ਨੂੰ ਇਸ ਗ੍ਰਾਫ ਦੀ ਸਹਾਇਤਾ ਨਾਲ ਦਰਸਾਇਆ ਜਾ ਸਕਦਾ ਹੈ ਕਿ ਕਿਸ ਚੀਜ਼ 'ਤੇ ਕਿੰਨਾ ਖਰਚ ਹੁੰਦਾ ਹੈ, ਕਿੰਨੇ % ਉਸ ਦਾ ਅਸੀਂ ਖਰਚ ਕਰਦੇ ਹਾਂ। ਚਿੱਤਰ ਗ੍ਰਾਫ। ਕੁਝ ਗ੍ਰਾਫਾਂ ਵਿੱਚ ਅੰਕੜਿਆਂ ਨੂੰ ਸੰਖਿਆਵਾਂ ਵਿੱਚ ਨਾ ਦਰਸਾ ਕੇ, ਨਾ ਹੀ ਉਹਨਾਂ ਦੀ ਜਗ੍ਹਾ 'ਤੇ ਅਸੀਂ ਰੇਖਾਵਾਂ ਦਾ, ਪੱਟੀਆਂ ਦਾ ਪ੍ਰਯੋਗ ਕਰਕੇ, ਚਿੱਤਰਾਂ ਦੇ ਪ੍ਰਯੋਗ ਰਾਹੀਂ ਅਸੀਂ ਉਸ ਨੂੰ ਗਿਆਨ ਪ੍ਰੋਵਾਈਡ ਕਰਵਾਉਂਦੇ ਹਾਂ। ਇਸ ਵਿੱਚ ਇਹ ਕਾਫੀ ਆਕਰਸ਼ਕ ਹੁੰਦੇ ਹਨ, ਜਿਸ ਦੇ ਨਾਲ ਵਿਦਿਆਰਥੀ ਰੁਚੀਪੂਰਵਕ ਪ੍ਰਾਪਤ ਕਰਦੇ ਹਨ। ਇਸ ਡਾਇਗਰਾਮ ਵਿੱਚ ਦੇਖੋ ਜੀ, ਜਿਵੇਂ ਭਾਰਤ ਦੀ ਜਨਸੰਖਿਆ ਨੂੰ ਦਰਸਾਇਆ ਗਿਆ ਹੈ। ਭਾਰਤ ਦੀ ਜਿਹੜੀ ਜਨਸੰਖਿਆ ਹੈ ਉਹ ਦੇਸ਼ ਦਾ, ਸੰਸਾਰ ਦਾ 6ਵਾਂ ਹਿੱਸਾ ਹੈ। ਇਸ ਲਈ ਹਰ ਇੱਕ ਵਿਅਕਤੀ ਜਿਹੜਾ ਖੜਿਆ ਹੈ ਉਸ ਤੋਂ ਬਾਅਦ 6ਵਾਂ ਵਿਅਕਤੀ ਉਹ ਹਰ ਇੱਕ ਭਾਰਤੀ ਹੈ। ਜਿਵੇਂ ਪਹਿਲਾ ਵਿਅਕਤੀ ਭਾਰਤੀ ਹੈ, ਉਸ ਤੋਂ ਬਾਅਦ 6 ਹੋਰ ਦੇਸ਼ਾਂ ਦੇ ਨੇ, ਫਿਰ ਭਾਰਤੀ ਹੈ। ਇਸ ਦੇ ਨਾਲ ਇਸ ਡਾਇਗਰਾਮ ਦੇ ਰਾਹੀਂ ਅਸੀਂ, ਇਸ ਗ੍ਰਾਫ ਦੇ ਰਾਹੀਂ ਅਸੀਂ ਵਿਦਿਆਰਥੀਆਂ ਨੂੰ ਸਮਝਾਉਂਦੇ ਹਾਂ ਕਿ ਜਿਹੜੀ ਸਾਡੀ ਜਨਸੰਖਿਆ ਹੈ ਸੰਸਾਰ ਦਾ 6ਵਾਂ ਹਿੱਸਾ ਹੈ। ਫਨੈਨਲ ਗ੍ਰਾਫ। ਇਸ ਵਿੱਚ ਇਹ ਜਿਹੜੇ ਗ੍ਰਾਫ ਹੁੰਦੇ ਹਨ ਇਹ ਫਨੈਨਲ ਬੋਰਡ ਉੱਪਰ ਲੱਗੇ ਹੋਏ ਹੁੰਦੇ ਹਨ। ਇਸ ਵਿੱਚ ਰੇਖਾਵਾਂ, ਪੱਟੀਆਂ, ਚਿੱਤਰਾਂ ਦੀ ਸਹਾਇਤਾ ਨਾਲ ਪ੍ਰਗਟ ਕੀਤਾ ਜਾਂਦਾ ਹੈ। ਇਸ ਦੇ ਪਿਛਲੇ ਪਾਸੇ ਫਨੈਨਲ ਲਗਾ ਕੇ ਇਸ ਨੂੰ ਰੋਚਕ ਅਤੇ ਆਕਰਸ਼ਕ ਬਣਾਇਆ ਜਾਂਦਾ ਹੈ। ਗ੍ਰਾਫ ਦੇ ਕੀ ਲਾਭ ਹੁੰਦੇ ਹਨ? ਗ੍ਰਾਫ ਰਾਹੀਂ ਸਮਾਜਿਕ ਅਧਿਐਨ ਦਾ ਅਧਿਆਪਕ ਵੱਖ-ਵੱਖ ਸਮੱਸਿਆਵਾਂ ਦੀ ਆਰਥਿਕ ਸਥਿਤੀ ਬਾਰੇ ਤੁਲਨਾ ਕਰਕੇ ਵਿਦਿਆਰਥੀਆਂ ਨੂੰ ਗਿਆਨ ਦਿੰਦਾ ਹੈ, ਕਿਉਂਕਿ ਗ੍ਰਾਫ ਦੀ ਸਹਾਇਤਾ ਨਾਲ ਕਿਸੇ ਵੀ ਚੀਜ਼ ਦੀ ਅਸੀਂ ਇੱਕ ਦੂਜੇ ਨਾਲ ਤੁਲਨਾ ਕਰਕੇ ਵਿਦਿਆਰਥੀਆਂ ਨੂੰ ਸਮਝਾਉਂਦੇ ਹਾਂ। ਕਈ ਸ਼ਾਸਕਾਂ ਨੂੰ ਕਿਹੜੇ ਸ਼ਾਸਕ ਕਿਸ ਨੂੰ ਹਰਮਨ ਪਿਆਰੇ ਸੀ, ਇਸ ਦਾ ਵੀ ਅਸੀਂ ਤੁਲਨਾਤਮਕ ਅਧਿਐਨ ਗ੍ਰਾਫਾਂ ਰਾਹੀਂ ਸਮਝਾਇਆ ਜਾ ਸਕਦਾ ਹੈ। ਅਨਾਜ ਦਾ ਉਤਪਾਦਨ ਹੋਵੇ, ਜਿਵੇਂ ਕਿਸੇ ਵਪਾਰ ਹੋਵੇ, ਕਿਸੇ ਦਾ ਪ੍ਰਦਰਸ਼ਨ ਹੋਵੇ, ਵੱਖ-ਵੱਖ ਕਿਸਮਾਂ ਦੇ ਗ੍ਰਾਫਾਂ ਰਾਹੀਂ ਆਸਾਨੀ ਨਾਲ ਸਮਝਾਇਆ ਜਾ ਸਕਦਾ ਕਿ ਕਿਸ ਦੇਸ਼ ਦਾ ਵਪਾਰ ਜਾਂ ਆਰਥਿਕ ਸਥਿਤੀ ਕਿਹੋ ਜਿਹੀ ਹੈ। ਗ੍ਰਾਫ ਸਮਾਜਿਕ ਅਧਿਐਨ ਦੇ ਵਿਸ਼ੇ ਨੂੰ ਪ੍ਰਭਾਵਸ਼ਾਲੀ ਅਤੇ ਰੋਚਕ ਬਣਾਉਂਦੇ ਹਨ। ਜਿਵੇਂ ਅਸੀਂ ਗ੍ਰਾਫ ਦੀ ਸਹਾਇਤਾ ਨਾਲ ਸਮਾਜਿਕ ਅਧਿਐਨ ਦੇ ਵਿਸ਼ਿਆਂ ਨਾਲ ਕਿਸੇ ਵੀ ਟੌਪਿਕ 'ਤੇ, ਕਿਸੇ ਵੀ ਭਾਗ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ। ਕਿਸੇ ਵੀ, ਜਿਵੇਂ ਆਪਾਂ ਇੱਕ ਸਮਰਾਟ ਦੀ ਦੂਸਰੇ ਸਮਰਾਟ ਨਾਲ ਤੁਲਨਾ ਕਰਨੀ ਹੋਵੇ ਤਾਂ ਵੀ ਆਪਾਂ ਇਸ ਨੂੰ ਗ੍ਰਾਫ ਰਾਹੀਂ ਸਮਝਾ ਸਕਦੇ ਹਾਂ, ਤਾਂ ਕਿ ਵਿਦਿਆਰਥੀਆਂ ਦੀ ਜਲਦੀ ਸਮਝ ਵਿੱਚ ਆ ਜਾਵੇ। ਇਸ ਗ੍ਰਾਫ ਰਾਹੀਂ ਅਸੀਂ ਦੇਸ਼ ਦੀ ਭੂਗੋਲਿਕ ਸਥਿਤੀ ਦਾ, ਆਰਥਿਕ ਸਥਿਤੀ ਦਾ ਚੰਗੀ ਤਰ੍ਹਾਂ ਵਰਣਨ ਕਰ ਸਕਦੇ ਹਾਂ।